ਕਦੇ ਸੋਚਿਆ ਹੈ ਕਿ ਫਿਜ਼ਿਕਸ ਦਾ ਇੱਕ ਬੁਨਿਆਦੀ ਨਿਯਮ, ਇੱਕ ਛੋਟਾ ਜਿਹਾ ਨੰਬਰ, ਸਾਡੇ ਪੂਰੇ ਸੂਰੀ ਸਿਸਟਮ ਦੀ ਗੈਲੈਕਸੀ ਵਿਚਲੀ ਰਫ਼ਤਾਰ ਨਾਲ ਸਿੱਧਾ ਜੁੜਿਆ ਹੋ ਸਕਦਾ ਹੈ? ਅੱਜ ਅਸੀਂ ਇੱਕ ਅਜਿਹੇ ਹੀ ਹੈਰਾਨ ਕਰਨ ਵਾਲੇ ਸਿਧਾਂਤ ਤੇ ਗੱਲ ਕਰਾਂਗੇ ਜੋ ਬ੍ਰਹਿਮੰਡ ਬਾਰੇ ਸਾਡੀ ਸੋਚ ਨੂੰ ਇੱਕ ਨਵਾਂ ਮੋੜ ਦਿੰਦਾ ਹੈ। ਇਹੀ ਉਹ ਵੱਡਾ ਸਵਾਲ ਹੈ ਜਿਸ ਤੇ ਇਹ ਸਾਰਾ ਸਿਧਾਂਤ ਖੜਾ ਹੈ। ਇਹ ਸੁਣਨ ਨੂੰ ਭਾਵੇਂ ਬਹੁਤ ਵੱਡਾ ਦਾਅਵਾ ਲੱਗਦਾ ਹੋਵੇ, ਪਰ ਇਹ ਸਾਨੂੰ ਮਜਬੂਰ ਕਰਦਾ ਹੈ ਕਿ ਅਸੀਂ ਬ੍ਰਹਿਮੰਡ ਨੂੰ ਇੱਕ ਬਿਲਕੁਲ ਵੱਖਰੇ ਨਜ਼ਰੀਏ ਨਾਲ ਵੇਖੀਏ। ਆਓ ਦੇਖੀਏ ਕਿ ਅਸੀਂ ਇਸ ਵਿਸ਼ਲੇਸ਼ਣ ਵਿੱਚ ਕੀ ਸਮਝਾਂਗੇ। ਪਹਿਲਾਂ ਗੈਲੈਕਟਿਕ ਗਤੀ ਦਾ ਗੁਣਕ ਕੀ ਹੈ, ਫਿਰ ਇਸ ਦੀ ਮੁੱਖ ਇਕੁਏਸ਼ਨ ਨੂੰ ਸਮਝਾਂਗੇ, ਉੱਚ ਆਯਾਮਾਂ ਦੀ ਗੱਲ ਕਰਾਂਗੇ, ਊਰਜਾ ਤੇ ਨਿਊਟ੍ਰੀਨੋ ਬਾਰੇ ਨਵੇਂ ਵਿਚਾਰ ਦੇਖਾਂਗੇ ਅਤੇ ਅਖੀਰ ਵਿੱਚ ਇਸ ਦੇ ਇੱਕ ਬ੍ਰਹਿਮੰਡੀ ਰੂਪਕ ਦੀ ਪੜਚੋਲ ਕਰਾਂਗੇ। ਤਾਂ ਸ਼ੁਰੂ ਕਰਦੇ ਹਾਂ ਪਹਿਲੇ ਭਾਗ ਨਾਲ, ਗੈਲੈਕਟਿਕ ਗਤੀ ਦਾ ਗੁਣਕ। ਆਓ ਦੇਖੀਏ ਕਿ ਕਿਵੇਂ ਫਿਜ਼ਿਕਸ ਦੇ ਇੱਕ ਜਾਣੇ-ਪਹਿਚਾਣੇ ਕਾਂਸਟੈਂਟ ਯਾਨੀ ਸਥਿਰ ਅੰਕ ਨੂੰ ਇੱਕ ਬਿਲਕੁਲ ਨਵੀਂ ਭੂਮਿਕਾ ਦਿੱਤੀ ਗਈ ਹੈ। ਤਾਂ ਫਿਰ ਇਹ ਗੈਲੈਕਟਿਕ ਗਤੀ ਦਾ ਗੁਣਕ ਹੈ ਕੀ? ਦੇਖੋ, ਇਸ ਪੂਰੀ ਥਿਉਰੀ ਦਾ ਕਹਿ ਲੋ ਦਿਲ ਹੈ। ਇਹ ਇੱਕ ਨੰਬਰ ਲੈਂਦਾ ਹੈ ਜਿਸ ਨੂੰ ਫਾਈਨ ਸਟਰਕਚਰ ਕਾਂਸਟੈਂਟ ਕਿਹਾ ਜਾਂਦਾ ਹੈ। ਹੁਣ ਇਹ ਨੰਬਰ ਅਸਲ ਵਿੱਚ ਦੱਸਦਾ ਹੈ ਕਿ ਰੋਸ਼ਨੀ ਤੇ ਮੈਟਰ ਇੱਕ ਦੂਜੇ ਨਾਲ ਕਿਵੇਂ ਇੰਟਰੈਕਟ ਕਰਦੇ ਨੇ, ਪਰ ਇਹ ਥਿਉਰੀ ਇਸ ਨੂੰ ਇੱਕ ਬਿਲਕੁਲ ਨਵਾਂ ਕੰਮ ਦਿੰਦੀ ਹੈ। ਇਹ ਕਹਿੰਦੀ ਹੈ ਕਿ ਇਹੀ ਨੰਬਰ ਸਾਡੇ ਸੂਰਜੀ ਸਿਸਟਮ ਦੀ ਗਤੀ ਨਾਲ ਸਿੱਧਾ ਜੁੜਿਆ ਹੋਇਆ ਹੈ। ਚਲੋ ਹੁਣ ਦੂਜੇ ਭਾਗ ਵੱਲ ਵਧਦੇ ਹਾਂ। ਮੁੱਖ ਸਮੀਕਰਨ ਨੂੰ ਸਮਝਣਾ। ਇਸ ਪੂਰੇ ਸਿਧਾਂਤ ਦੀ ਨੀਂਹ ਇੱਕ ਬਹੁਤ ਹੀ ਸਾਧਾਰਣ ਜਿਹੇ ਦਿਸਣ ਵਾਲੇ ਫਾਰਮੂਲੇ ਤੇ ਟਿਕੀ ਹੈ, C/V ਬਰਾਬਰ ਐਲਫਾ। ਇਹ ਰਹੀ ਉਹ ਇਕੁਏਸ਼ਨ, C/V ਬਰਾਬਰ ਹੈ ਐਲਫਾ। ਸਿਰਫ 3 ਅੱਖਰ, ਪਰ ਇਹ ਥਿਉਰੀ ਦਾਅਵਾ ਕਰਦੀ ਹੈ ਕਿ ਇਹ ਬ੍ਰਹਿਮੰਡ ਦੇ 3 ਬਹੁਤ ਹੀ ਬੁਨਿਆਦੀ ਪਹਿਲੂਆਂ ਨੂੰ ਇੱਕ ਦੂਜੇ ਨਾਲ ਜੋੜਦੇ ਨੇ। ਆਓ ਇਹਨਾਂ ਨੂੰ ਥੋੜਾ ਖੋਲ ਕੇ ਸਮਝੀਏ। C ਤਾਂ ਹੈ ਪ੍ਰਕਾਸ਼ ਦੀ ਗਤੀ, ਜੋ ਪੂਰੇ ਬ੍ਰਹਿਮੰਡ ਵਿੱਚ ਇੱਕੋ ਜਿਹੀ ਰਹਿੰਦੀ ਹੈ। ਐਲਫਾ ਹੈ ਫਾਈਨ ਸਟਰਕਚਰ ਕਾਂਸਟੈਂਟ, ਪਰ ਇੱਥੇ ਸਭ ਤੋਂ ਖਾਸ ਹੈ V। ਇਹ ਥਿਉਰੀ ਕਹਿੰਦੀ ਹੈ ਕਿ V ਸਾਡੇ ਸੂਰਜੀ ਸਿਸਟਮ ਦੀ ਆਕਾਸ਼ ਗੰਗਾ ਦੇ ਦੁਆਲੇ ਘੁੰਮਣ ਦੀ ਖਾਸ ਸਪੀਡ ਹੈ। ਅਤੇ ਇਹ ਥਿਉਰੀ ਇੱਕ ਬਹੁਤ ਹੀ ਖਾਸ ਨੰਬਰ ਤੇ ਨਿਰਭਰ ਕਰਦੀ ਹੈ, 8,28,000 ਕਿਲੋਮੀਟਰ ਪ੍ਰਤੀ ਘੰਟਾ। ਮੰਨਿਆ ਜਾਂਦਾ ਹੈ ਕਿ ਇਹ ਉਹ ਔਸਤ ਰਫ਼ਤਾਰ ਹੈ ਜਿਸ ਨਾਲ ਸਾਡਾ ਸੂਰਜੀ ਸਿਸਟਮ ਗੈਲੈਕਸੀ ਦਾ ਚੱਕਰ ਲਾਉਂਦਾ ਹੈ, ਤੇ ਇਹੀ ਅੰਕੜਾ ਇਸ ਪੂਰੇ ਸਿਧਾਂਤ ਦਾ ਆਧਾਰ ਹੈ। ਅਗਲਾ ਭਾਗ ਹੈ ਉੱਚ ਆਯਾਮਾਂ ਦੀਆਂ ਤਰਾਵਾਂ। ਹੁਣ ਗੱਲ ਇੱਕ ਸਾਧਾਰਣ ਫਾਰਮੂਲੇ ਤੋਂ ਅੱਗੇ ਵੱਧ ਕੇ ਬ੍ਰਹਿਮੰਡ ਦੇ ਇੱਕ ਬਹੁਤ ਵੱਡੇ ਢਾਂਚੇ ਤੱਕ ਪਹੁੰਚਦੀ ਹੈ। ਦੇਖੋ, ਇਹ ਥਿਉਰੀ ਸਿਰਫ ਇੱਕ ਇਕੁਏਸ਼ਨ ਤੇ ਨਹੀਂ ਰੁਕਦੀ। ਇਹ ਦਾਅਵਾ ਕਰਦੀ ਹੈ ਕਿ ਇਹ ਜੋ ਗੁਣਕ ਵਾਲਾ ਆਈਡੀਆ ਹੈ, ਇਹ ਸਿਰਫ ਸਾਡੇ ਜਾਣੇ-ਪਹਿਚਾਣੇ 3-4 ਡਾਇਮੈਂਸ਼ਨਸ ਯਾਨੀ ਆਯਾਮਾਂ ਤੇ ਹੀ ਨਹੀਂ, ਬਲਕਿ ਇਸ ਤੋਂ ਵੀ ਉੱਪਰ ਉੱਚ ਆਯਾਮਾਂ ਤੇ ਵੀ ਲਾਗੂ ਹੁੰਦਾ ਹੈ। ਇਸ ਥਿਉਰੀ ਦੇ ਮੁਤਾਬਿਕ ਇਹ ਗੁਣਕ ਵੱਖ-ਵੱਖ ਡਾਇਮੈਂਸ਼ਨਲ ਸਟ੍ਰੀਮਸ ਯਾਨੀ ਤਾਰਾਵਾਂ ਤੇ ਕੰਮ ਕਰਦਾ ਹੈ। ਇਹ 4D ਸਪੇਸ ਟਾਈਮ ਤੋਂ ਸ਼ੁਰੂ ਹੁੰਦਾ ਹੈ, ਫਿਰ 5D ਸਪੇਸ ਵੋਲਿਊਮ ਅਤੇ ਇੱਥੋਂ ਤੱਕ ਕਿ 11D ਸਪੇਸ ਡੈਂਸਿਟੀ ਤਾਰਾਵਾਂ ਤੱਕ ਜਾਂਦਾ ਹੈ। ਇਹ ਮਾਡਰਨ ਫਿਜ਼ਿਕਸ ਦੇ ਸਭ ਤੋਂ ਗੁੰਝਲਦਾਰ ਵਿਚਾਰਾਂ ਵਿੱਚੋਂ ਇੱਕ ਹੈ। ਤਾਂ ਇਸ ਸਭ ਦਾ ਮਤਲਬ ਕੀ ਨਿਕਲਿਆ? ਇਸ ਥਿਉਰੀ ਦੇ ਹਿਸਾਬ ਨਾਲ ਉਹੀ ਇੱਕ ਨੰਬਰ ਯਾਨੀ ਐਲਫਾ ਨਾ ਸਿਰਫ ਸਾਡੀ ਗੈਲੈਕਸੀ ਦੀ ਗਤੀ ਨੂੰ ਕੰਟਰੋਲ ਕਰਦਾ ਹੈ, ਬਲਕਿ ਬ੍ਰਹਿਮੰਡੀ ਵਰਮਹੋਲ ਦੀ ਗਤੀ ਨੂੰ ਵੀ ਕੰਟਰੋਲ ਕਰਦਾ ਹੈ। ਹੁਣ ਵਰਮਹੋਲ ਹੁੰਦੇ ਨੇ ਸਪੇਸ ਟਾਈਮ ਵਿੱਚ ਕਾਲਪਨਿਕ ਸ਼ਾਰਟਕਟ, ਯਾਨੀ ਕਿ ਇਸ ਥਿਉਰੀ ਦਾ ਦਾਇਰਾ ਬਹੁਤ ਹੀ ਵੱਡਾ ਹੈ। ਚੌਥਾ ਭਾਗ, ਊਰਜਾ ਅਤੇ ਨਿਊਟ੍ਰੀਨੋ। ਚਲੋ ਹੁਣ ਦੇਖਦੇ ਹਾਂ ਕਿ ਇਹ ਥਿਉਰੀ ਫਿਜ਼ਿਕਸ ਦੀ ਸਭ ਤੋਂ ਮਸ਼ਹੂਰ ਇਕੁਏਸ਼ਨ E=mc² ਨਾਲ ਆਪਣਾ ਰਿਸ਼ਤਾ ਕਿਵੇਂ ਜੋੜਦੀ ਹੈ। ਇਹ ਥਿਉਰੀ ਊਰਜਾ ਲਈ ਇੱਕ ਨਵਾਂ ਹੀ ਫਾਰਮੂਲਾ ਪੇਸ਼ ਕਰਦੀ ਹੈ। E ਬਰਾਬਰ ਹੈ C/I∝V। ਇੱਥੇ ਨਾ ਸਿਰਫ ਗੈਲੈਕਟਿਕ ਸਪੀਡ V ਅਤੇ ਐਲਫਾ ਨੂੰ એનર્ਜੀ ਨਾਲ ਜੋੜਿਆ ਗਿਆ ਹੈ, ਬਲਕਿ I ਦੀ ਵੀ ਵਰਤੋਂ ਕੀਤੀ ਗਈ ਹੈ, ਜੋ ਕਿ ਇੱਕ ਕਾਲਪਨਿਕ ਸੰਖਿਆ ਹੈ। ਇਸ ਨਾਲ ਇਹ ਗੱਲ ਹੋਰ ਵੀ ਗੁੰਝਲਦਾਰ ਹੋ ਜਾਂਦੀ ਹੈ। ਹੁਣ ਇਸ ਗੁੰਝਲਦਾਰ ਵਿਚਾਰ ਨੂੰ ਸਮਝਾਉਣ ਲਈ ਲੇਖਕ ਇੱਕ ਮਿਸਾਲ ਦਿੰਦਾ ਹੈ। ਕਲਪਨਾ ਕਰੋ ਕਿ ਇੱਕ ਨਿਊਟ੍ਰੀਨੋ ਹੈ ਜੋ ਧਰਤੀ ਦੇ ਬਿਲਕੁਲ ਕੇਂਦਰ ਤੋਂ ਪੈਦਾ ਹੋ ਕੇ ਬਾਹਰ ਸਤਹ ਵੱਲ ਆਪਣਾ ਸਫ਼ਰ ਤੈਅ ਕਰ ਰਿਹਾ ਹੈ। ਹੁਣ ਕਮਾਲ ਦੀ ਗੱਲ ਦੇਖੋ, ਜਿਵੇਂ-ਜਿਵੇਂ ਉਹ ਨਿਊਟ੍ਰੀਨੋ ਧਰਤੀ ਦੇ ਅੰਦਰੋਂ ਬਾਹਰ ਆਉਂਦਾ ਹੈ, ਉਸ ਦੀ એનર્ਜੀ ਦਾ ਫਾਰਮੂਲਾ ਬਦਲਦਾ ਜਾਂਦਾ ਹੈ। ਧਰਤੀ ਦੇ ਸੈਂਟਰ ਵਿੱਚ ਫਾਰਮੂਲਾ ਹੈ E=C+IV। ਫਿਰ ਜਦੋਂ ਉਹ ਮੈਂਟਲ ਵਿੱਚ ਪਹੁੰਚਦਾ ਹੈ, ਇਹ ਬਣ ਜਾਂਦਾ ਹੈ E=mCV। ਤੇ ਫਾਈਨਲੀ ਜਦੋਂ ਉਹ ਧਰਤੀ ਦੀ ਸਤਹ ਤੇ ਪਹੁੰਚਦਾ ਹੈ, ਤਾਂ ਇਹ ਉਹੀ ਮਸ਼ਹੂਰ ਫਾਰਮੂਲਾ ਬਣ ਜਾਂਦਾ ਹੈ ਜੋ ਅਸੀਂ ਸਾਰੇ ਜਾਣਦੇ ਹਾਂ, E=mc²। ਯਾਨੀ ਕਿ ਊਰਜਾ ਕੀ ਹੈ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੱਥੇ ਹੋ। ਕਿੰਨੀ ਅਜੀਬ ਗੱਲ ਹੈ। ਅਤੇ ਹੁਣ ਆਖਰੀ ਭਾਗ, ਇੱਕ ਪਵਿੱਤਰ ਬ੍ਰਹਿਮੰਡੀ ਥਾਲ। ਅਖੀਰ ਵਿੱਚ ਇਹ ਥਿਉਰੀ ਫਿਜ਼ਿਕਸ ਦੀਆਂ ਹੱਦਾਂ ਤੋਂ ਪਾਰ ਜਾ ਕੇ ਇੱਕ ਅਧਿਆਤਮਿਕ ਅਤੇ ਬ੍ਰਹਿਮੰਡੀ ਰੂਪਕ ਨਾਲ ਜੁੜ ਜਾਂਦੀ ਹੈ।
ਲੇਖਕ ਆਪਣੇ ਪੂਰੇ ਸਿਧਾਂਤ ਦੀ ਤੁਲਨਾ ਇਸ ਬਹੁਤ ਹੀ ਖੂਬਸੂਰਤ ਰੂਪਕ ਨਾਲ ਕਰਦਾ ਹੈ। ਗਗਨ ਮੈਂ ਥਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ, ਜੋ ਪੂਰੇ ਬ੍ਰਹਮੰਡ ਨੂੰ ਇੱਕ ਬ੍ਰਹਮ ਆਰਤੀ ਦੇ ਰੂਪ ਵਿੱਚ ਦੇਖਦੀ ਹੈ, ਜਿੱਥੇ ਸੂਰਜ, ਚੰਦ, ਤਾਰੇ ਸਭ ਇੱਕ ਸੁਰਤਾ ਵਿੱਚ ਨੇ। ਤਾਂ ਇਸ ਦਾ ਮਤਲਬ ਇਹ ਹੋਇਆ ਕਿ ਅਖੀਰ ਵਿੱਚ ਇਹ ਸਾਰੀਆਂ ਗਣਿਤ ਦੀਆਂ ਇਕੁਏਸ਼ਨਾਂ ਇੱਕ ਵੱਡੀ ਤਸਵੀਰ ਵੱਲ ਇਸ਼ਾਰਾ ਕਰਦੀਆਂ ਨੇ। ਇਹ ਦੱਸਦੀਆਂ ਨੇ ਕਿ ਬ੍ਰਹਮੰਡ ਦੇ ਨਿਯਮ ਬੇਤਰਤੀਬੇ ਨਹੀਂ, ਬਲਕਿ ਇੱਕ ਡੂੰਗੀ ਬ੍ਰਹਮੰਡੀ ਸੁਰ-ਤਾਲ ਦਾ ਹਿੱਸਾ ਹਨ, ਬਿਲਕੁਲ ਉਸ ਆਰਤੀ ਵਾਂਗ। ਤਾਂ ਅਸੀਂ ਇਸ ਸੋਚ ਨਾਲ ਰਹਿ ਜਾਂਦੇ ਹਾਂ ਕਿ ਇਹ ਸੱਚਮੁੱਚ ਸੰਭਵ ਹੈ ਕਿ ਫਿਜ਼ਿਕਸ ਦਾ ਇੱਕ ਸਧਾਰਨ ਜਿਹਾ ਨੰਬਰ ਹੀ ਉਹ ਚਾਬੀ ਹੋਵੇ ਜੋ ਗਲੈਕਸੀਆਂ ਦੀ ਗਤੀ, ਕਣਾਂ ਦੀ ਊਰਜਾ ਅਤੇ ਬ੍ਰਹਿਮੰਡ ਦੇ ਪੂਰੇ ਤਾਣੇ-ਬਾਣੇ ਨੂੰ ਆਪਸ ਵਿੱਚ ਜੋੜਦੀ ਹੈ। ਇਹ ਅਜਿਹਾ ਸਵਾਲ ਹੈ ਜੋ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ।